ਸਤਿ ਸ੍ਰੀ ਅਕਾਲ। ਸੁੱਖ ਸ਼ਾਂਤੀ ਮਹਿਸੂਸ ਕਰਨ ਲਈ ਆਪਣੇ ਆਪ ਲਈ ਸਮਾਂ ਜ਼ਰੂਰ ਨਿਕਾਲੋ। ਸਾਰੇ ਦਿਨ ਵਿੱਚ ਆਪਣੇ ਲਈ ਅੱਧਾ ਪੌਣਾ ਘੰਟਾ ਕੱਢ ਕੇ ਚੰਗੇ ਚੰਗੇ ਵਿਚਾਰ ਕਰਨ ਲਈ ਬੈਠੋ। ਇਸ ਤਰ੍ਹਾਂ ਨਹੀਂ ਕਹੋ ਕਿ ਟਾਈਮ ਨਹੀਂ ਹੈ। ਪਹਿਲਾਂ ਆਪਣੇ ਲਈ ਸਮਾਂ ਕੱਢੋ, ਬਾਕੀ ਬਚਦੇ ਸਮੇਂ ਵਿੱਚ ਬੇਸ਼ੱਕ ਦੂਸਰਿਆਂ ਦੀ ਸੇਵਾ ਵਿੱਚ ਲੱਗੇ ਰਹੋ। ਅੱਜ ਵਿਅਕਤੀ ਸਵੇਰੇ ਸਵੇਰੇ ਉੱਠ ਕੇ ਨਿਊਜ਼ਪੇਪਰ ਲੱਭਦੇ ਹਨ ਕਿ ਕੀ ਖਬਰਾਂ ਆਈਆਂ ਹਨ। ਸਵੇਰੇ ਸਵੇਰੇ ਉੱਠ ਕੇ ਆਪਣੇ ਮਨ ਨੂੰ ਨੈਗੇਟਿਵਿਟੀ ਨਾਲ ਖਬਰਾਂ ਨਾਲ ਭਰਨਾ ਸ਼ੁਰੂ ਕਰ ਦਿੰਦੇ ਹਨ। ਸਿਰਫ ਉਹੀ ਦੇਖੋ ਸੁਣੋ ਜਿੱਥੇ ਤੁਸੀਂ ਕਿਸੇ ਦੀ ਕੁਛ ਮਦਦ ਕਰ ਸਕਦੇ ਹੋ। ਜਿਸ ਤਰ੍ਹਾਂ ਫਾਸਟ ਫੂਡ ਸਾਡੇ ਸਰੀਰ ਨੂੰ ਖਰਾਬ ਕਰਦਾ ਹੈ, ਉਸੇ ਤਰ੍ਹਾਂ ਫਾਸਟ ਫੂਡ ਅਸੀਂ ਆਪਣੇ ਮਨ ਨੂੰ ਵੀ ਦੇਣ ਲੱਗ ਪਏ ਹਾਂ। ਨਿਊਜ਼ਪੇਪਰ ਵਿੱਚ ਚੰਗੀਆਂ ਕਲਾਸਾਂ ਵੀ ਹੁੰਦੀਆਂ ਹਨ, ਪਰ ਲੋਕ ਕੀ ਪੜ੍ਹਨਾ ਚਾਹੁੰਦੇ ਹਨ? ਲੋਕ ਤਾਂ ਵਿਅਰਥ ਮਰਨੇ ਦੀਆਂ ਖਬਰਾਂ, ਐਕਸੀਡੈਂਟਾਂ ਦੀਆਂ ਖਬਰਾਂ ਪੜ੍ਹਨੇ ਦੇ ਇੱਛੁਕ ਹਨ। ਸਵੇਰੇ ਸਵੇਰੇ ਆਪਣੇ ਆਪ ਨੂੰ ਨੈਗੇਟਿਵਿਟੀ ਨਾਲ ਭਰ ਲੈਂਦੇ ਹਨ, ਫਿਰ ਕੰਮ 'ਤੇ ਜਾਂਦੇ ਹਨ। ਜਦੋਂ ਵੀ ਸਮਾਂ ਮਿਲਦਾ ਹੈ, ਜਿਸ ਕੋਲ ਵੀ ਬੈਠਦੇ ਹਨ, ਗੱਲਾਂ ਕਰਦੇ ਹਨ, ਕੁੱਟਮਾਰ ਧਾੜ ਦੀਆਂ ਗੱਲਾਂ ਚੱਲਦੀਆਂ ਹਨ। ਰਾਤ ਨੂੰ ਘਰ ਆ ਕੇ TV ਲਾਉਂਦੇ ਹਨ, ਘਰ ਘਰ ਦੀਆਂ ਕਹਾਣੀਆਂ ਉਸ ਵਿੱਚ ਸਮਾਈਆਂ ਹੋਈਆਂ ਮਿਲਦੀਆਂ ਹਨ। ਉਹਨਾਂ ਨੂੰ ਦੇਖ ਕੇ ਮਨ ਨੂੰ ਹੋਰ ਵੀ ਕਾਲਾ ਕਰ ਲੈਂਦੇ ਹਨ। ਡਰਾਮੇ ਵਿੱਚ ਕਹਿੰਦੇ ਉਸ ਦੇ ਪਤੀ ਨੇ ਤਾਂ ਆਹ ਕੀਤਾ, ਇਸ ਤਰ੍ਹਾਂ ਕਰ ਦਿੱਤਾ। ਫਿਰ ਆਪ ਡਰਦੇ ਹਨ, ਆਪਣੇ ਮਨ 'ਚ ਡਰ ਪੈਦਾ ਕਰਦੇ ਹਨ ਕਿ ਮੇਰੇ ਨਾਲ ਵੀ ਨਾ ਇਸ ਤਰ੍ਹਾਂ ਹੋ ਜਾਵੇ। ਹੁਣ ਉਸ ਦਾ ਹਾਲ ਬਹੁਤ ਖਰਾਬ ਹੈ, ਬਹੁਤ ਬੁਰਾ ਹੈ। ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਝਾਕਣ ਦਾ ਸਮਾਂ ਤਾਂ ਸਾਡੇ ਕੋਲ ਬਹੁਤ ਹੈ, ਪਰ ਅਧਿਆਤਮਕ ਚਿੰਤਨ ਲਈ ਸਮਾਂ ਨਹੀਂ ਹੈ। ਕਮ ਸੇ ਕਮ ਆਪਣੇ ਅੰਦਰ ਇਹ ਜਾਗਰਤੀ ਲੈ ਆਵੋ। ਆਪਣੇ ਆਪ ਨੂੰ ਪਹਿਚਾਨਣ ਦਾ ਸਮਾਂ, ਰੀਅਲਾਈਜੇਸ਼ਨ ਕਰਨ ਲਈ ਸਮਾਂ ਨਿਕਾਲੋ। ਬਾਅਦ ਵਿੱਚ ਡਿਪਰੈਸ਼ਨ ਦੀ ਬਿਮਾਰੀ ਲੱਗਣ ਤੋਂ ਬਾਅਦ ਸਮਾਂ ਮਿਲਣੇ ਵਾਲਾ ਨਹੀਂ ਹੈ। ਉਸ ਟਾਈਮ ਤਾਂ ਬਹੁਤ ਹੋਵੇਗਾ, ਪਰ ਬਿਮਾਰੀ ਦੇ ਕਾਰਨ ਅਧਿਆਤਮਕ ਵਿੱਚ ਮਨ ਲੱਗੇਗਾ ਨਹੀਂ। ਮਨ ਨੂੰ ਵੀ ਆਰਾਮ ਚਾਹੀਦਾ ਹੈ। ਮਨ ਰਿਲੈਕਸ ਕਿਸ ਤਰ੍ਹਾਂ ਹੋ ਸਕਦਾ ਹੈ? ਜਦੋਂ ਰਾਤ ਨੂੰ ਸੌਂ ਜਾਂਦੇ ਹੋ ਤਾਂ ਸਰੀਰ ਸੌਂ ਜਾਂਦਾ ਹੈ, ਪਰ ਮਨ ਨਹੀਂ ਸੌਂਦਾ ਹੈ। ਮਨ ਤਾਂ ਸੁਪਨਿਆਂ ਵਿੱਚ ਭਟਕਦਾ ਰਹਿੰਦਾ ਹੈ, ਸਾਰੀ ਰਾਤ ਕੰਮ ਕਰਦਾ ਰਹਿੰਦਾ ਹੈ। ਸਵੇਰੇ ਉੱਠਦੇ ਹਾਂ ਤਾਂ ਇੰਨੀ ਥਕਾਵਟ ਮਹਿਸੂਸ ਹੁੰਦੀ ਹੈ ਕਿ ਸਾਰੀ ਰਾਤ ਸੌਣ ਦੇ ਬਾਅਦ ਵੀ ਫਰੈਸ਼ਨੈਸ ਨਹੀਂ ਹੈ, ਕਿਉਂਕਿ ਮਨ ਤਾਂ ਸਾਰੀ ਰਾਤ ਕੰਮ ਕਰਦਾ ਰਿਹਾ ਹੈ। ਮਨ ਤਾਂ ਸੁਪਨਿਆਂ ਵਿੱਚ ਭਟਕਦਾ ਰਿਹਾ ਹੈ। ਸਾਰੀ ਰਾਤ ਭਟਕਣੇ ਵਾਲਾ ਮਨ ਤਾਂ ਥੱਕੇਗਾ ਹੀ। ਇਸ ਲਈ ਮਨ ਨੂੰ ਰਿਲੈਕਸ ਕਰਨ ਲਈ ਧਿਆਨ ਨਾਲ ਮੈਡੀਟੇਸ਼ਨ ਕਰਨੀ ਚਾਹੀਦੀ ਹੈ। ਮੈਡੀਟੇਸ਼ਨ ਮਨ ਨੂੰ ਸ਼ਾਂਤ ਕਰਦੀ ਹੈ। ਜਦੋਂ ਮਨ ਸ਼ਾਂਤ ਹੁੰਦਾ ਹੈ ਤਾਂ ਉਸ ਨੂੰ ਆਰਾਮ ਮਿਲਦਾ ਹੈ। ਸਵੇਰ ਨੂੰ ਜਦੋਂ ਉੱਠਦੇ ਹੋ 20 ਮਿੰਟ ਧਿਆਨ ਵਿੱਚ ਬੈਠੋ ਅਤੇ ਸ਼ਾਮ ਨੂੰ 20 ਮਿੰਟ ਮੈਡੀਟੇਸ਼ਨ ਕਰੋ। ਮੈਡੀਕਲ ਸਾਇੰਸ ਦੀ ਇੱਕ ਰਿਸਰਚ ਦੁਆਰਾ ਪਤਾ ਕੀਤਾ ਗਿਆ ਹੈ ਕਿ ਜੇ ਇੱਕ ਵਿਅਕਤੀ 5 ਮਿੰਟ ਬੋਇਲਿੰਗ ਗੁੱਸਾ ਕਰਦਾ ਹੈ ਅਤੇ ਬਹੁਤ ਜ਼ੋਰ ਸ਼ੋਰ ਨਾਲ ਕ੍ਰੋਧ ਵਿੱਚ ਆ ਜਾਂਦਾ ਹੈ ਤਾਂ 2 ਘੰਟੇ ਦੇ ਕੰਮ ਕਰਨ ਦੀ ਸ਼ਕਤੀ ਜਲ ਜਾਂਦੀ ਹੈ। 2 ਘੰਟੇ ਤੱਕ ਉਹ ਆਪਣੇ ਮਨ ਨੂੰ ਇਕਾਗਰ ਨਹੀਂ ਕਰ ਸਕਦਾ। ਗੁੱਸਾ ਆਉਣ ਤੋਂ ਬਾਅਦ 2 ਘੰਟੇ ਦੇ ਵਿੱਚ ਜੇ ਕੋਈ ਨਿਰਣਾ ਲੈਣਾ ਪਵੇ ਤਾਂ ਵਿਅਕਤੀ ਗਲਤ ਡਿਸੀਜ਼ਨ ਲੈ ਲਵੇਗਾ। ਗੁੱਸਾ ਆਉਣ ਤੋਂ ਬਾਅਦ ਉਹ 10 ਵਿਅਕਤੀ ਲੱਭੇਗਾ, ਉਹਨਾਂ ਨੂੰ ਦੱਸ ਕੇ ਜਸਟੀਫਾਈਡ ਕਰਨ ਲਈ ਕਿ ਮੈਂ ਜੋ ਇਸ ਉੱਪਰ ਗੁੱਸਾ ਕੀਤਾ ਹੈ ਠੀਕ ਕੀਤਾ ਹੈ। ਉਹ ਰੋਜ਼ ਇਸ ਤਰ੍ਹਾਂ ਹੀ ਕਰਦਾ ਹੈ, ਕਹਿੰਦਾ ਹੈ ਇਸ ਨੂੰ ਮੈਂ ਕਦੋਂ ਤੱਕ ਮੈਂ ਸਹਿਣ ਕਰੂੰਗਾ। ਜਦੋਂ ਉਸ ਨੂੰ 10 ਵਿਅਕਤੀ ਮਿਲ ਜਾਂਦੇ ਹਨ ਇਹ ਕਹਿਣੇ ਵਾਲੇ ਕਿ ਹਾਂ ਤੁਸੀਂ ਠੀਕ ਕੀਤਾ ਹੈ, ਬਹੁਤ ਚੰਗਾ, ਤੁਸੀਂ ਉਸ ਨੂੰ ਪਾਠ ਪੜ੍ਹਾਇਆ ਹੈ, ਤਾਂ ਜਾ ਕੇ ਉਸ ਦਾ ਮਨ ਰਿਲੈਕਸ ਹੁੰਦਾ ਹੈ। 10 ਵਿੱਚੋਂ ਇੱਕ ਨੇ ਵੀ ਜੇ ਇਹ ਕਹਿ ਦਿੱਤਾ ਕਿ ਤੁਸੀਂ ਇਹ ਗੁੱਸਾ ਕੀਤਾ, ਠੀਕ ਨਹੀਂ ਕੀਤਾ, ਤੁਹਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਸੀ, ਤਾਂ ਫਿਰ ਤੋਂ ਅੱਗ ਭੜਕ ਉੱਠਦੀ ਹੈ। ਉਸ ਵਿੱਚ ਹੋਰ 2 ਘੰਟੇ ਖਤਮ ਹੋ ਜਾਂਦੇ ਹਨ। ਇਸ ਤਰ੍ਹਾਂ ਕਈ ਵਾਰੀ ਵਿਅਕਤੀ 8 ਘੰਟੇ ਕੁਛ ਨਹੀਂ ਕਰ ਸਕਦਾ। ਕਹਿਣ ਵਿੱਚ ਵੀ ਕਹਿੰਦਾ ਹੈ ਕਿ ਅੱਜ ਦਾ ਦਿਨ ਬੇਕਾਰ ਚਲਾ ਗਿਆ, ਸਾਰਾ ਦਿਨ ਕੋਈ ਕੰਮ ਨਹੀਂ ਹੋਇਆ। ਜੇਕਰ ਮੇਰੀ ਕੁਝ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਮੈਂ ਆਪਣੇ ਤਰੀਕੇ ਨਾਲ ਕਹਿਣਾ ਹੈ, ਜੇਕਰ ਉਹ ਇਸ ਅਟੈਂਸ਼ਨ ਨਾਲ ਕਹੀ ਜਾ ਰਹੀ ਹੈ ਕਿ ਮੈਂ ਤੁਹਾਡੀ ਸ਼ਿਕਾਇਤ ਕਰਨੀ ਹੈ, ਮੈਂ ਤੁਹਾਨੂੰ ਨੀਵਾਂ ਦਿਖਾਉਣਾ ਹੈ, ਆਪਣੇ ਆਪ ਨੂੰ ਬਹੁਤ ਸੁਪੀਰੀਅਰ ਫੀਲ ਕਰਾਉਣਾ ਹੈ, ਮੈਂ ਤੁਹਾਨੂੰ ਕ੍ਰਿਟੀਸਾਈਜ਼ ਕਰਨਾ ਹੈ, ਤਾਂ ਤੁਸੀਂ ਜਿੰਨਾ ਮਰਜ਼ੀ ਚੰਗੇ ਸ਼ਬਦਾਂ ਵਿੱਚ ਕਹੋ, ਉਹ ਨੈਗੇਟਿਵ ਐਨਰਜੀ ਤਾਂ ਨਾਲ ਹੀ ਜਾਣ ਵਾਲੀ ਹੈ। ਜੇਕਰ ਮਾੜੀਆਂ ਭਾਵਨਾ ਨਾਲ ਪ੍ਰੇਰਿਤ ਹੋ ਕੇ ਕੋਈ ਚੰਗੀ ਗੱਲ ਵੀ ਬੋਲਦੇ ਹਾਂ
ਉਹ ਕੰਮ ਨਹੀਂ ਕਰੇਗੀ, ਕਿਉਂਕਿ ਐਨਰਜੀ ਸਿਰਫ ਸ਼ਬਦਾਂ ਦੇ ਮਾਧਿਅਮ ਨਾਲ ਨਹੀਂ ਜਾਂਦੀ, ਉਹ ਸਾਡੇ ਹਾਵ ਭਾਵ ਨਾਲ ਜਾਂਦੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ, ਮੈਂ ਤਾਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਕਿਹਾ ਸੀ, ਪਰ ਪਤਾ ਨਹੀਂ ਉਹ ਕਿਉਂ ਨਾਰਾਜ਼ ਹੋ ਗਏ, ਪਤਾ ਨਹੀਂ ਉਹਨਾਂ ਨੇ ਉਹ ਗੱਲ ਉਹਨਾਂ ਨੂੰ ਕਿਉਂ ਖਰਾਬ ਲੱਗੀ। ਜੇਕਰ ਮੇਰੀ ਕਹੀ ਹੋਈ ਕਿਸੇ ਗੱਲ ਦਾ ਸਾਹਮਣੇ ਵਾਲੇ ਵਿਅਕਤੀ ਨੂੰ ਦੁੱਖ ਮਹਿਸੂਸ ਕੀਤਾ, ਤਾਂ ਮੈਨੂੰ ਆਪਣੇ ਆਪ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਮੈਂ ਇਸ ਨੂੰ ਕਿਸ ਭਾਵ ਨਾਲ ਬੋਲਿਆ ਹੈ। ਮੈਂ ਦੂਸਰਿਆਂ ਨੂੰ ਚੈੱਕ ਨਹੀਂ ਕਰ ਸਕਦੀ ਅਤੇ ਨਾ ਹੀ ਉਹਨਾਂ ਨੂੰ ਬਦਲ ਸਕਦੀ ਹਾਂ, ਪਰ ਮੈਂ ਆਪਣੇ ਆਪ ਨੂੰ ਚੈੱਕ ਕਰ ਸਕਦੀ ਹਾਂ। ਜੋ ਵੀ ਮੈਂ ਬੋਲਦੀ ਹਾਂ ਜਾਂ ਸੋਚਦੀ ਹਾਂ, ਇਸ ਦੀ ਐਨਰਜੀ ਸਾਹਮਣੇ ਵਾਲੇ ਦੇ ਕੋਲ ਪਹੁੰਚ ਜਾਂਦੀ ਹੈ। ਇਸ ਵਿੱਚ ਇਹ ਮਹੱਤਵਪੂਰਨ ਹੈ ਕਿ ਕਿਹੜੀ ਐਨਰਜੀ ਪਹਿਲਾਂ ਪਹੁੰਚਦੀ ਹੈ। ਇੱਕ ਹੈ ਕਿ ਅਸੀਂ ਥਾਟ ਕ੍ਰੀਏਟ ਕਰ ਰਹੇ ਹਾਂ ਅਤੇ ਇੱਕ ਹੈ ਅਸੀਂ ਸ਼ਬਦ ਬੋਲ ਰਹੇ ਹਾਂ। ਉੱਪਰ ਤੋਂ ਤਾਂ ਬੋਲਿਆ, ਅੱਜ ਤੁਸੀਂ ਦੇਖਣੇ ਵਿੱਚ ਬਹੁਤ ਚੰਗੇ ਲੱਗ ਰਹੇ ਹੋ, ਪਰ ਸੋਚਿਆ ਕੀ ਹੈ? ਨਾ ਇਸ ਨੂੰ ਬੋਲਣ ਦਾ ਢੰਗ ਹੈ, ਨਾ ਇਸ ਨੂੰ ਕੱਪੜੇ ਪਾਉਣ ਦਾ ਢੰਗ ਹੈ। ਫਿਰ ਇਸ ਦਾ ਰਿਜ਼ਲਟ ਕੀ ਹੋਵੇਗਾ? ਮੈਂ ਕਹਿੰਦੀ ਤਾਂ ਹਾਂ, ਮੈਂ ਤਾਂ ਉਸ ਨਾਲ ਬਹੁਤ ਚੰਗੀ ਤਰ੍ਹਾਂ ਗੱਲ ਕੀਤੀ, ਪਤਾ ਨਹੀਂ ਕਿਉਂ ਉਹਨਾਂ ਨੇ ਮੇਰੀ ਗੱਲ ਪਸੰਦ ਕਿਉਂ ਨਹੀਂ ਆਈ। ਫਿਰ ਅਸੀਂ ਕਹਿੰਦੇ ਹਾਂ ਕਿ ਮੈਂ ਤਾਂ ਤੁਹਾਨੂੰ ਸਮਝ ਨਹੀਂ ਸਕਦੀ। ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿ ਮੈਂ ਸੋਚਦੀ ਕੁਝ ਹੋਰ ਹਾਂ ਤਾਂ ਬੋਲਦੀ ਕੁਝ ਹੋਰ ਹਾਂ। ਜਿਸ ਤਰ੍ਹਾਂ ਸਾਡੇ ਅੰਦਰ ਕੋਈ ਕਨਵਰਟਰ ਲੱਗਾ ਹੋਇਆ ਹੈ, ਸੋਚੋ ਕੁਝ ਹੋਰ ਅਤੇ ਉਸ ਨੂੰ ਪੋਜ਼ੀਟਿਵ ਵਿੱਚ ਕਨਵਰਟ ਕਰੋ, ਫਿਰ ਬਾਹਰ ਭੇਜ ਦੇਵੋ। ਇਸ ਤਰ੍ਹਾਂ ਨਹੀਂ ਹੋ ਸਕਦਾ। ਬੋਲੋ ਬੇਸ਼ੱਕ ਜਿੰਨੀ ਮਰਜ਼ੀ ਫਾਰਮੈਲਿਟੀ ਦੇ ਨਾਲ, ਪਰ ਜੋ ਸੋਚੋਗੇ ਉਹੀ ਸਾਹਮਣੇ ਵਾਲੇ ਨੂੰ ਜਾਵੇਗਾ। ਫਿਰ ਅਸੀਂ ਕਹਿੰਦੇ ਹਾਂ ਉਹ ਚੰਗੇ ਨਹੀਂ ਹਨ, ਉਹਨਾਂ ਨੂੰ ਮਿਲ ਕੇ ਚੰਗਾ ਨਹੀਂ ਲੱਗਾ। ਅੱਜ ਦੀ ਕਹਾਣੀ ਹੈ, ਇੱਕ ਰਾਜੇ ਦੇ ਮਨ ਵਿੱਚ ਬਹੁਤ ਸੁੰਦਰ ਅਤੇ ਮਜ਼ਬੂਤ ਮਹਿਲ ਬਣਾਉਣ ਦਾ ਵਿਚਾਰ ਆਇਆ। ਉਸਨੇ ਆਪਣੇ ਮੰਤਰੀ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਭ ਨਾਲ ਸਲਾਹ ਕੀਤੀ। ਸਾਰੇ ਹੀ ਰਾਜੇ ਦੇ ਵਿਚਾਰ ਨਾਲ ਸਹਿਮਤ ਸਨ। ਰਾਜੇ ਨੂੰ ਉਤਸ਼ਾਹਿਤ ਹੋ ਕੇ ਬਹੁਤ ਵਧੀਆ ਕਾਰੀਗਰਾਂ ਨੂੰ ਬੁਲਾਇਆ ਅਤੇ ਨਕਸ਼ਾ ਤਿਆਰ ਕਰਵਾਇਆ ਅਤੇ ਉਹਨਾਂ ਨੂੰ ਮਹਿਲ ਤਿਆਰ ਕਰਨ ਦਾ ਲਾ ਦਿੱਤਾ। ਕੁਝ ਹੀ ਸਮੇਂ ਵਿੱਚ ਰਾਜੇ ਦੀ ਕਲਪਨਾ ਨੇ ਸਾਕਾਰ ਰੂਪ ਲੈ ਲਿਆ ਅਤੇ ਮਹਿਲ ਬਣ ਕੇ ਤਿਆਰ ਹੋ ਗਿਆ। ਰਾਜੇ ਦੇ ਮਹਿਲ ਵਿੱਚ ਪ੍ਰਵੇਸ਼ ਹੋਣ ਦੇ ਸਮੇਂ ਬਹੁਤ ਭਾਰੀ ਇਕੱਠ ਕੀਤਾ ਗਿਆ ਅਤੇ ਬਹੁਤ ਦੂਰ ਦੂਰ ਤੋਂ ਰਾਜਿਆਂ ਨੂੰ ਸੱਦਿਆ ਗਿਆ। ਸਾਰਿਆਂ ਨੇ ਮਹਿਲ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕੀਤੀ। ਮਹਿਲ ਹਰ ਕੋਨੇ ਤੋਂ ਇਤਨਾ ਮਜ਼ਬੂਤ ਅਤੇ ਖੂਬਸੂਰਤ ਸੀ, ਉਸ ਵਿੱਚ ਕੋਈ ਵੀ ਨੁਕਸ ਨਹੀਂ ਸੀ। ਇੱਕ ਵਾਰੀ ਇੱਕ ਸੰਨਿਆਸੀ ਰਾਜੇ ਨੂੰ ਮਿਲਣ ਆਇਆ। ਰਾਜੇ ਨੇ ਉਸ ਦਾ ਸਤਿਕਾਰ ਕੀਤਾ। ਸੰਨਿਆਸੀ ਕਾਫੀ ਦੇਰ ਤੱਕ ਰਾਜੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ, ਪਰ ਮਹਿਲ ਦੇ ਬਾਰੇ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ। ਰਾਜੇ ਨੂੰ ਬਹੁਤ ਹੈਰਾਨੀ ਹੋਈ। ਫਿਰ ਰਾਜੇ ਨੇ ਸੰਨਿਆਸੀ ਨੂੰ ਸਾਰੇ ਮਹਿਲ ਵਿੱਚ ਘੁਮਾਇਆ ਅਤੇ ਪੁੱਛਿਆ ਕਿ ਮੇਰੇ ਮਹਿਲ ਵਿੱਚ ਕੋਈ ਕਮੀ ਹੈ ਜੋ ਤੁਸੀਂ ਇਸ ਦੀ ਪ੍ਰਸ਼ੰਸਾ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ। ਤਾਂ ਸੰਨਿਆਸੀ ਬੋਲਿਆ, ਰਾਜਨ, ਤੁਹਾਡਾ ਮਹਿਲ ਤਾਂ ਸੱਚ ਹੀ ਬਹੁਤ ਸੁੰਦਰ ਅਤੇ ਮਜ਼ਬੂਤ ਹੈ। ਇਹ ਬਹੁਤ ਲੰਬੇ ਸਮੇਂ ਤੱਕ ਨਸ਼ਟ ਨਹੀਂ ਹੋਵੇਗਾ। ਕੀ ਇੰਨਾ ਹੀ ਸਥਿਰ ਇਸ ਵਿੱਚ ਰਹਿਣੇ ਵਾਲਾ ਹੋਵੇਗਾ? ਬਸ ਇਸੇ ਇੱਕ ਕਮੀ ਦੇ ਕਾਰਨ ਮੈਂ ਇਸ ਦੀ ਪ੍ਰਸ਼ੰਸਾ ਨਹੀਂ ਕੀਤੀ। ਰਾਜਾ ਸੰਨਿਆਸੀ ਦੀ ਗੱਲ ਦੀ ਗਹਿਰਾਈ ਨੂੰ ਸਮਝ ਕੇ ਚੁੱਪ ਹੋ ਗਿਆ। ਇਹ ਕਹਾਣੀ ਤੁਹਾਨੂੰ ਦੋ ਸੰਕੇਤ ਕਰਦੀ ਹੈ: ਜੀਵਨ ਦੇ ਦੋ ਪਲ ਅਤੇ ਮਨ ਦੀ ਅਡੋਲਤਾ। ਜੋ ਜੀਵਨ ਦੀ ਅਡੋਲਤਾ ਨੂੰ ਸਮਝ ਕੇ ਮਨ ਨੂੰ ਹਰ ਤਰ੍ਹਾਂ ਦੀ ਲਾਲਸਾ ਤੋਂ ਮੁਕਤ ਕਰਕੇ ਅਚਲ ਅਡੋਲ ਸਥਿਤੀ ਵਿੱਚ ਸਥਿਰ ਕਰ ਸਕੇ, ਉਹੀ ਸੁੱਖ ਦੁੱਖ ਤੋਂ ਪਰੇ ਹੋ ਕੇ ਮਨੋ ਪਰਮਾਨੈਂਟ ਆਨੰਦ ਮਹਿਸੂਸ ਕਰ ਸਕਦਾ ਹੈ। ਸਤਿ ਸ੍ਰੀ ਅਕਾਲ।